कर मतलब जी मेरे तो मगरों कदे मेरे घर आंदा रहा ते ओदे नाल मतलब भी नजायज तलकात ओदे हो गए आ वो मतलब ओनू जिंदा भी आ की करदा जिंदा भी देखिया मतलब ओनू घर रात नू मैं 12 वजे घर गया ते 12 वजे मतलब घर से लगे हुए रात बच्चे बाहर सुते थे वो अंदर वड़े हुए रात ਦੇ 12 ਵਜੇ ਤੁਹਾਡੇ ਘਰ ਬੰਦਾ ਕੀ ਕਰ ਰਿਹਾ कर रहे मतलब भी बुढ़ी दे नाल लगा सी ओनू मार दी ओनू चस्का पिया होया पता नहीं हो सकदा पहले दा भी होवे मैं तो ना झूठ मारा मतलब भी पहले भी नहीं हैगा पहले भी हो सकदा होवे ओदे पाकिस्तान की इतनी मतलबी और इतनी खुदगर्ज औरत, इतनी बेवकूफ़ औरत एक आदमी का कैसे फ़ायदा उठाती है। वो बेचारा इतना गरीब होता है कि वो तो अपने घर का, अपने बच्चों का, अपनी पत्नी का पेट भरने के लिए बाहर काम करने के लिए जाता है, बाहर दिहाड़ी मजदूरी करने के लिए जाता है, लेकिन घर पर वही उसकी पत्नी उसकी इस गरीबी का नाजायज़ फ़ायदा उठाती है और कैसे घर पर आदमियों को बुलाती है और गंदे काम करती है। तो चलिए वीडियो में देखते हैं। ਕਿੰਨੀ ਉਮਰ ਦੀ मेरी 40 साल उम्र है ਸ਼ਾਦੀ ਕਦੋਂ ਹੋਈ ਸੀ शादी मैंने हो गई 15 साल होए 15 ਸਾਲ ਹੋ ਗਏ ਨੇ ਕਿੰਨੇ ਬੱਚੇ 10 साल की बच्ची है 5 बच्चे है मेरे 5 ਬੱਚੇ ਨੇ हाँ जी ਕੀ वड्डी ਮਾਮਲਾ ਆਇਆ ਕਹਿ ਰਹੇ ਹੋ ਕਿ ਮੈਂ ਜਦੋਂ ਘਰ ਜਾਣਾ ਤੇ ਮੈਂ ਆਪਣੀ ਔਰਤ ਨੂੰ ਕਿਸੇ ਗੈਰ ਮਰਦ ਨਾਲ ਵੇਖਣਾ ਬੜੀ ਵੱਡੀ ਗੱਲ ਹੈ ਕਿਸ ਤਰ੍ਹਾਂ बड़ी वड्डी गल है मतलब जो मैं गैर मर्द ना वेखदा ना मैनू बर्दाश्त नहीं होंदी फिर मैं दिल करदा भी इहनू मतलब मार दियां या फैर मार दियां जो मर्जी करा ਮਾਮਲਾ ਕੀ ਉਹਦੇ ਨਾਲ ਕਿਵੇਂ ਚੱਕਰ ਬਣਿਆ ਸੀ ਉਹਦਾ ਚੱਕਰ मतलब जी मेरे तो मगरों कदे मेरे घर आंदा रहा ਉਹ ਤੇ ਉਹਦੇ ਨਾਲ मतलब ਵੀ ਨਜਾਇਜ਼ ਤਲਕਾਤ ਉਹਦੇ ਹੋ ਗਏ ਆ ਉਹ मतलब ਉਹਨੂੰ ਜਿੰਦਾ ਵੀ ਆ ਕੀ ਕਰਦਾ ਜਿੰਦਾ ਵੀ ਆ ਉਹਨੂੰ ਅੱਛਾ ਹਾਂਜੀ मतलब ਵੀ ਨਾ ਨਿਕਾਹ ਹੋਇਆ ਨਾ ਲੈਣਾ ਦੇਣਾ ਤੇ 5 ਬੱਚੇ ਆ ਮੇਰੇ ਤੁਸੀਂ ਆਪਣੀ ਅੱਖਾਂ ਨਾਲ ਵੀ ਵੇਖਿਆ ਮੈਂ ਆਪਣੀ ਅੱਖਾਂ ਨਾਲ ਉਹਨਾਂ ਦੇ ਉਹਨੂੰ ਘਰ ਆਏ ਨੂੰ ਵੀ ਦੇਖਿਆ ਮੈਂ ਉਹਨੂੰ ਤੌਣੀ ਵੀ ਇੱਕ ਵਾਰੀ ਲਾਈ ਆ ਹਾਂਜੀ ਮੈਂ ਉਹਦੇ ਨਾਲ ਉਹਦੀ ਗੱਲਬਾਤ ਕਿਸ ਤਰ੍ਹਾਂ ਹੋਈ ਕੋਈ ਰਿਸ਼ਤੇਦਾਰ ਹੈ ਕੋਈ ਭਰਾਇਆ ਹੈ ਕੋਈ ਮੱਲੇ ਦਾ ਕੌਣ? मतलब ਮੇਰੇ ਰਿਸ਼ਤੇਦਾਰ ਨਹੀਂ ਹੈਗਾ ਰਿਸ਼ਤੇਦਾਰ ਲੇਕਿਨ ਹੈਗਾ ਉਹਨਾਂ ਦੇ ਪਿੰਡ ਦਾ ਆ ਲੇਕਿਨ ਉਹ ਥੋੜੀ ਸਾਈਡ ਤੇ ਆ ਉਹ ਸਾਈਡ ਤੇ ਆ ਮਤਲਬ ਰਿਹਾਇਸ਼ ਮੇਰੀ ਜੜ੍ਹਾਂ ਵਾਲੇ ਦੀ ਆ ਜੜ੍ਹਾਂ ਲੱਗ ਗਿਆ 58 ਪਿੰਡ ਬਾਪ ਦਾ ਨਾਂ ਆ ਹਾਜੀ ਮੁਹੰਮਦ ਬੂਟਾ ਮੇਰਾ ਨਾਂ ਗੁਲਾਮ ਹੁਸੈਨ ਆ ਠੀਕ ਹੋ ਗਿਆ ਤੇ ਰਿਹਾਇਸ਼ ਮੇਰੀ मतलब ਕੀਤੀ ਸ਼ਾਹਕੋਟ ਮੈਂ ਕਿਰਾਏ ਤੇ ਰਹਿੰਦਾ ਸੀ ਮੈਂ ਪਲਾਟ ਮੁੱਲ ਲਿਆ ਸੀ ਮੈਂ ਆਪਣਾ ਸ਼ਾਹਕੋਟ ਕਿਹੜੀ ਜਗ੍ਹਾ शाहकोट मदनी महल के लागे शादी हाल नादिन ये उमर रसीदा बंदा है और जिला ननकाना साहब का शहर है शाहकोट वहाँ के रिहायशी हैं इन्होंने जो अल्फाज कहा वो बड़ा तल्ख अल्फाज है और मेरे ख्याल से जब कोई शौहर अपनी बेगम अपनी निकाह में रहने वाली उस इज्जत के बारे में ऐसा अल्फाज कहता है तो वो बड़ा तंग होता है वो बड़ा मजबूर होता है ਉਹਦੇ ਨਾਲ ਉਹਦਾ ਚੱਕਰ ਚੱਲ ਗਿਆ ਤੁਸੀਂ ਕਹਿ ਰਹੇ ਹੋ ਕਿ ਉਹਦੇ ਨਾਲ ਗਲਤ ਕੰਮ ਵੀ ਕਰਦਾ ਕਦੀ ਆਪਣੀਆਂ ਅੱਖਾਂ ਨਾਲ ਵੇਖਿਆ ਵਾਜ਼ਿਹ ਹਾਲਾਤ ਵਿੱਚ ਵਾਜ਼ਿਹ ਅਲਫਾਜ਼ ਆਪਣੇ ਅੱਖਾਂ ਨਾਲ ਦੇਖਿਆ मतलब ਉਹਨੂੰ ਘਰ ਰਾਤ ਨੂੰ ਮੈਂ 12 ਵਜੇ ਘਰ ਗਿਆ ਤੇ 12 ਵਜੇ ਉਹ मतलब ਘਰ ਸੀ ਲੱਗੇ ਹੋਏ ਰਾਤ ਬੱਚੇ ਬਾਹਰ ਸੁੱਤੇ ਸੀ ਤੇ ਉਹ ਅੰਦਰ ਵੜੇ ਹੋਏ ਸੀ ਰਾਤ ਦੇ 12 ਵਜੇ ਤੁਹਾਡੇ ਘਰ ਬੰਦਾ ਕੀ ਕਰ ਰਿਹਾ ਸੀ ਕਰ ਰਿਹਾ मतलब ਵੀ ਬੁੱਢੀ ਦੇ ਨਾਲ ਲੱਗਾ ਸੀ ਉਹਨੂੰ ਅੰਦਰ ਵਾੜਿਆ ਸੀ ਤੁਹਾਡੀ ਬੇਗਮ ਨਾਲ ਹਾਂਜੀ ਅੱਛਾ ਹਾਂਜੀ ਉਹਨੂੰ ਅੰਦਰ ਵਾੜਿਆ ਸੀ ਫਿਰ ਤੁਸੀਂ ਜਦੋਂ ਗਏ ਹੋ ਤੇ ਕੀ ਕੈਫੀਅਤ ਸੀ ਤੁਸੀਂ ਕੋਈ ਲੜਾਈ मतलब ਕੀਤੀ ਮੈਂ ਲੜਾਈ ਕੀਤੀ ਉਹਦੇ ਨਾਲ ਫਿਰ ਉਹਨੂੰ ਮੈਂ ਕਿਹਾ मतलब ਵੀ ਜਾਂ ਤੂੰ ਘਰ ਛੱਡ ਦੇ ਮੇਰਾ ਨਹੀਂ ਤੇ ਮੈਂ ਤੈਨੂੰ ਟਪਾ ਦੇਣਾ ਹੀ ਅੱਛਾ ਉਹਨੇ ਕਿਹਾ ਜੀ मतलब ਮੈਂ ਘਰ ਛੱਡ ਦਿੰਦਾ ਆ ਬੰਦਾ ਸ਼ਾਹਕੋਟ ਦਾ ਹੈ ਸ਼ਾਹਕੋਟ ਦਾ ਆ ਬਾਕਰਕੋਟ ਪਿੰਡ ਆ ਦਾ ਤੇ ਬਾਕਰ ਮਜੌਰ ਹੈ ਹਾਂਜੀ ਮਜੌਰ ਹੈ ਹਾਂ ਮਜੌਰ ਹੈ ਕੀ ਬਦਮਾਸ਼ ਹੈ ਗੁੰਡਾ ਹੈ, ਨਸ਼ਾ ਵੇਚਦਾ ਹੈ, ਕੀ ਸ਼ੈ ਕੀ ਹੈ ਉਹ ਉਹ ਮੇਰੇ ਹਿਸਾਬ ਨਾਲ ਜੀ ਉਹ ਪਾਊਡਰ ਵੇਚਦਾ ਆ ਵੇਚਦਾ ਅੱਛਾ ਹਾਂਜੀ ਪਾਊਡਰ ਵੇਚਦਾ ਉਹ ਬੱਚੀ ਜਿਹੜੀ ਸਭ ਤੋਂ ਜਵਾਨ ਹੈ ਬੱਚੀ ਦੀ ਕਿੰਨੀ ਉਮਰ ਬੱਚੀ ਮੇਰੇ ਜੀ 10 ਸਾਲ 10.5 ਸਾਲ ਉਮਰ ਆ ਜੀ ਸਭ ਤੋਂ ਵੱਡੀ ਬੱਚੀ ਹੈ ਸਭ ਤੋਂ ਵੱਡੀ ਬੱਚੀ ਆ ਇੱਕ ਦਾ ਨਾਂ ਵੱਡੇ ਦਾ ਨਾਂ ਹੈਗਾ ਮਬੀਨ ਫਾਤਮਾ ਤੇ ਛੋਟੀ ਦਾ ਨਾਂ ਹੈਗਾ ਨੂਰ ਫਾਤਮਾ ਅੱਛਾ ਐਡਾ ਵੱਡਾ ਕਾਰਨਾਮਾ ਜਦੋਂ ਬੇਟੀਆਂ ਦੇ ਸਾਹਮਣੇ ਮਾਂ ਕਰਦੀ ਤੇ ਬੇਟੀਆਂ ਤੇ ਕੀ ਅਸਰ ਪੈਂਦਾ ਉਹਨਾਂ ਕਦੀ ਨਹੀਂ ਤੁਹਾਨੂੰ ਦੱਸਿਆ ਕਿ ਪਾਪਾ ਮਾਮਾ ਹੋਵੇ ਪਰ ਉਦਾਂ ਦੇ मतलब ਬੱਚੀਆਂ ਨੇ ਹੋਣਾ ਨਾ ਹਾਂਜੀ ਮੇਰੇ ਵੱਡੀ ਦਾ ਨਾਂ ਹੈਗਾ ਮਬੀਨ ਫਾਤਮਾ ਤੇ ਛੋਟੀ ਦਾ ਨਾਂ ਹੈਗਾ ਆ ਨੂਰ ਫਾਤਮਾ ਬੇਗਮ ਨੂੰ ਕਦੀ ਸਮਝਾਇਆ ਨਹੀਂ ਕਿ ਪੁੱਠੇ ਸਿੱਧੇ ਕੰਮ ਛੱਡ ਦੇ ਬੜੀ ਵਾਰੀ ਕਿਹਾ ਉਹਨੂੰ ਮੈਂ ਕੀ ਕਹਿੰਦੀ ਹੈ ਉਹ ਲੇਕਿਨ ਨਹੀਂ मतलब ਉਹਦੇ ਨਾ ਅਸਰ ਨਹੀਂ मतलब ਹੁੰਦਾ ਉਹਨੂੰ ਅਸਰ ਇਹ ਹੁੰਦਾ ਵੀ ਚਲੋ ਫੁੱਦੂ ਹੈਗਾ मतलब ਕਹਿ ਕੇ ਚੱਲ ਜਾਂਦਾ ਫੇਰ ਕੰਮ ਤੇ ਕਦੀ ਦਿਹਾੜੀ ਲਾਉਣ ਚੱਲੀ ਜਾ ਕੇ ਤੁਸੀਂ ਹਯਾਤ ਹੋ ਤੁਹਾਡੇ 'ਚ ਕੋਈ ਨੁਕਸ ਹੈ ਕੋਈ ਨਾਮਰਦ ਦੀ ਕੋਈ ਬਿਮਾਰੀ ਹੈ ਕੀ ਵਜ੍ਹਾ ਜਿਹੜੀ ਵਜ੍ਹਾ ਤੋਂ ਔਰਤ ਤੁਹਾਡੀ ਇਸ ਤਰ੍ਹਾਂ ਅੱਗੇ ਕਰ ਰਹੀ ਕੋਈ ਵਜ੍ਹਾ ਵੀ ਤਾਂ ਹੋ ਸਕਦੀ ਹੈ ਨਹੀਂ ਨਹੀਂ ਵਜ੍ਹਾ ਕੋਈ ਨਹੀਂ ਹੈਗੀ ਲੇਕਿਨ ਵਜ੍ਹਾ ਜਿਹੜੀ ਹੈ ਨਾ ਉਹ ਖਾਣ ਦਾ मतलब ਜਦੋਂ ਬੰਦਾ ਨੂੰ ਚਸਕਾ ਪੈ ਜਾਏ ਨਾ ਬੇਗਾਨੇ ਬੰਦੇ ਦਾ ਉਹ मतलब ਚਸਕਾ ਨਹੀਂ ਜਾਂਦਾ ਮਤਲਬ ਤੁਹਾਡਾ ਕਹਿਣਾ ਹੈ ਕਿ ਤੁਸੀਂ ਆਪਣੇ ਤੌਰ ਤੇ ਠੀਕ ਹੋ ਹਾਂ ਮੈਂ ਆਪਣੇ ਤੌਰ ਤੇ ਠੀਕ ਆ ਭਾਈ ਫਿਰ ਕਿਉਂ ਇਸ ਤਰ੍ਹਾਂ ਤੁਹਾਡੀ ਬੇਗਮ ਅੱਗੇ ਮੂੰਹ ਮਾਰ ਉਹ ਮੂੰਹ ਮਾਰਦੀ ਉਹਨੂੰ ਚਸਕਾ ਪਿਆ ਹੋਇਆ ਪਤਾ ਨਹੀਂ ਹੋ ਸਕਦਾ ਪਹਿਲੇ ਦਾ ਵੀ ਹੋਵੇ ਮੈਂ ਤਾਂ ਨਾ ਝੂਠ ਮਾਰਾਂ मतलब ਵੀ ਪਹਿਲੇ ਵੀ ਨਹੀਂ ਹੈਗਾ ਪਹਿਲੇ ਵੀ ਹੋ ਸਕਦਾ ਹੋਵੇ ਉਹਦੇ ਨਾਲ ਤੁਹਾਡੀ ਬੇਗਮ ਨੇ ਇਸ ਚੀਜ਼ ਦਾ ਤੁਹਾਨੂੰ ਪਤਾ ਹੋਣਾ ਕਿ ਪਹਿਲੇ ਹੈ ਸੀ ਜਾਂ ਨਹੀਂ ਹੈ ਸੀ ਸ਼ੋਹਰ ਹੋ ਤੁਸੀਂ ਹਾਂਜੀ ਸ਼ੋਹਰ ਆ ਮੈਂ ਉਹਦਾ ਅੱਛਾ ਉਸ ਬੰਦੇ ਨਾਲ ਕੀ ਕਹਿ ਰਹੇ ਸੀ ਕਿ ਮੈਂ ਉਹਦੇ ਨਾਲ ਲੜਿਆ ਵੀ ਆ ਉਹਦਾ ਨਾਂ ਹੈਗਾ ਅੱਲਾ ਰੱਖਾ ਇਹ ਲੜੇ ਕਿਉਂ ਸੱਟ ਵੀ ਵਿਖਾ ਰਹੇ ਸੀ ਕਿ ਮੈਨੂੰ ਸੱਟ ਵੀ ਲੱਗੀ ਸੱਟ मतलब ਜੀ ਮੇਰੇ ਨਾਲ ਲੜੇ ਮੈਂ ਘਰ ਗਿਆ ਤੇ ਪੈਸੇ ਮੇਰੇ ਕੋਲ ਉਹਨਾਂ ਨੇ ਖੋਲੇ ਆ ਜਿਹੜੇ ਮੈਂ ਕਮਾ ਕੇ ਖੜਿਆ ਦਿਹਾੜੀ ਲਾ ਲਾ ਜਾਂ मतलब ਕਲੀਨਰੀ ਲਾ ਲਾ ਉਹ ਜਿਹੜੇ ਪੈਸੇ मतलब ਖੋਏ ਆ
ਉਹਨਾਂ ਭਾਈ ਮੈਨੂੰ ਗਿਰੇਬਾਨੋਂ ਫੜ ਕੇ ਥੱਲੇ ਸਿੱਟਿਆ। ਕਿੰਨੇ ਉਹ ਬੰਦੇ ਨੇ? ਆ ਬੰਦੇ ਨੇ। ਕਿਉਂ? ਕਿਹੜੀ ਭਰਾ ਸੀ, ਇੱਕ ਉਹ ਸੀ ਤੇ ਇੱਕ ਉਹਦਾ ਨਾਂ ਆ ਅੱਲਾ ਰੱਖਾ, ਤੇ ਇੱਕ ਉਹਦਾ ਭਰਾ ਸੀ ਤੇ ਇੱਕ ਉਹਦਾ ਮੁੰਡਾ ਸੀ ਤੇ ਇੱਕ ਉਹਦਾ ਪਿਓ ਮਤੇਰ ਆ। ਮਾਂ ਜਿਹੜੀ ਉਹ ਫਕੀਰ ਨਹੀਂ ਆ, ਗੁਲਾਬੋ ਉਹਦਾ ਨਾਂ ਆ। नाज़रीन, ये हालात हैं। एक शोहर जब मीडिया पर आता है ना अपनी बेगम के हवाले से, मेरे पास अल्फाज नहीं है कि वो बंदा कितना मजबूर होगा। अब इस बंदे के हालात देखे जी, 5 बच्चों का बाप है और वो औरत जो है अपनी जवान बच्ची है, 10 साल का जब बच्चा हो जाता है तो उसे सारी अक्ल होती है, गलत क्या है सही क्या है, उसे हर निज़ाम का पता होता है। वो खबीस औरत, वो गलीज़ औरत उन बच्चियों के सामने उस मर्द के साथ गलत काम करती है, बच्चियों के सामने। और इस बंदे का दावा है कि मैंने अपनी आंखों से देखा है। सोचे कितना मजबूर होगा वो शोर। फाइनल की चाहते हो मीडिया ते आने का मकसद की है? मीडिया ਦਾ ਮੇਰਾ ਮਕਸਦ ਇਹ ਮਤਲਬ ਮੈਂ ਕਹਿੰਦਾ ਵੀ ਚਲੋ ਮਤਲਬ ਮੇਰੇ ਬੱਚੇ ਮੈਨੂੰ ਮਿਲ ਜਾਂਦੇ, ਘਰ ਦੇ ਮੈਨੂੰ ਮਿਲ ਜੇ। ਮਤਲਬ ਇਹ ਆ ਵੀ ਹੁਣ ਪਲਾਟ ਵੀ ਉਹਦੇ ਨਾਂ ਕਰਾਇਆ ਸੀ, ਪਲਾਟ ਜਿਹੜਾ ਮੈਂ ਉਹ ਵੇਚ ਚੁੱਕੀ ਆ। ਪਲਾਟ ਵੀ ਉਹ ਖਾਣ ਡਈ ਆ। ਹੁਣ ਪਲਾਟ ਉਹਦੇ ਨਾਂ ਕਰਾਤਾ ਸੀ ਉਹਦੇ ਪਿਓ ਨੇ, ਤੇ ਉਹ ਪਲਾਟ ਜਿਹੜਾ ਉਹ ਖਾਣ ਡਈ ਆ ਹੁਣ ਵੇਚ ਕੇ। ਜਦੋਂ ਪੈਸੇ ਮੁੱਕ ਗਏ ਅੱਗੇ ਸਮਾਨ ਤੇ ਫਰਨੀਚਰ ਹਰ ਚੀਜ਼ ਵੇਚ ਕੇ ਉਹਦੇ ਮਗਰ ਲਾਤੀ ਆ ਉਹਨੇ। ਬੰਦੇ ਪਿੱਛੇ ਲਾ ਗਏ? ਬੰਦੇ ਪਿੱਛੇ ਲਾ ਛੜੀ ਆ ਉਹਨੇ। ਉਹਦੇ ਮਗਰ ਤੁਹਾਡੀ ਬੇਗਮ ਦੀ ਕਿੰਨੀ ਉਮਰ? ਉਹਦੀ ਉਮਰ ਹੈਗੀ ਆ ਕੋਈ 35 ਸਾਲ, 35 ਸਾਲ ला ला या 34 साल ला ला। तो दोस्तों, जैसा कि आपने वीडियो में देखा कि पाकिस्तान की औरतें इतनी मतलबी और इतनी खुदगर्ज औरतें होती हैं कि वो किसी की भी मजबूरी का फ़ायदा उठा लेती है। पाकिस्तान का ये आदमी इतना गरीब था कि इसके पास खाने के लिए रोटी तक नहीं थी। ये अपने बच्चे, अपनी पत्नी का पेट भरने के लिए बाहर काम करने के लिए जाता था। बेचारा दिहाड़ी मजदूरी करता था और जो पैसे उनसे आते थे वो घर पर ले आता था। उनसे ही, इन पैसों से ही इनका गुजारा होता था। लेकिन दूसरी तरफ इसकी बीवी घर पर इतने मज़े से रहती थी कि और इसके बाहर जाने का, इसकी गरीबी का फ़ायदा उठा रही थी। वो घर पर मर्दों को बुलाती थी और गंदे उनके साथ गलत काम करती थी और बदले में उनसे पैसे लेती थी। तो वो औरत इसके साथ बिल्कुल गलत कर रही थी। ये बेचारा बाहर जाता काम करने के लिए और वो औरत इसकी गरीबी का फ़ायदा उठाती थी, घर पर ये सब गंदे काम करती थी। तो आप लोगों को वीडियो कैसी लगी हमें कमेंट करके ज़रूर बताइएगा और वीडियो को लाइक एंड सब्सक्राइब ज़रूर कीजिएगा। तब तक के लिए जय श्री राम।